ਅਸੀਂ ਪਹੁੰਚੇ ਹਾਂ ਖਾਲਸਾ ਕ੍ਰੈਡਿਟ ਯੂਨੀਅਨ। ਇੱਥੇ ਅਸੀਂ ਸਰਦਾਰ ਕੁਲਦੀਪ ਸਿੰਘ ਸਿੱਧੂ ਉਹਨਾਂ ਨਾਲ ਗੱਲਬਾਤ ਕਰਾਂਗੇ। ਜਿਹੜੀ ਅਸੀਂ ਦੂਜੀ ਗੱਲਬਾਤ ਕੀਤੀ ਆ ਕਿ ਰੀਅਲ ਸਟੇਟ ਬਾਰੇ ਅਸੀਂ ਗੱਲਬਾਤ ਕਰ ਲਈ ਆ ਕਿ ਅਸਲ ਦੇ ਵਿੱਚ ਮੌਰਗੇਜ ਦਾ ਕੀ ਬਣਨਾ ਜਾਂ ਇੰਟਰਸਟ ਰੇਟ ਦਾ ਕੀ ਬਣੂਗਾ। ਇਸ ਸਾਲ ਦੇ ਵਿੱਚ 2020 ਕੇਸ ਤਰ੍ਹਾਂ ਦਾ ਰਿਹਾ। 2021 ਦੇ ਵਿੱਚ ਕੀ ਪ੍ਰੈਡਿਕਸ਼ਨ ਹੋ ਸਕਦੀ ਹੈ ਵੀ ਕੀ ਇੰਟਰਸਟ ਰੇਟ ਵੱਧ ਜਾਣਗੇ, ਮੌਰਗੇਜ ਮਹਿੰਗੀ ਹੋ ਜੂਗੀ, ਮੌਰਗੇਜ ਔਖੀ ਹੋਊਗੀ, ਪਿਛਲੇ ਸਮੇਂ 'ਚ ਕੁਝ ਸੌਖੀ ਹੋਈ ਆ। ਤੇ ਕੁਛ ਕੁ ਜਿਹੜੀਆਂ ਅਸੀਂ ਜਨਰਲ ਗੱਲਾਂ ਇਹਦੇ ਬਾਰੇ ਕਰਨੀਆਂ ਜਿਹਦੇ ਬਾਰੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਪਹਿਲੀ ਵਾਰ ਮੌਰਗੇਜ ਲੈਣ ਦੇ ਲਈ ਕੀ ਕੀ ਚਾਹੀਦਾ ਹੁੰਦਾ। ਰੀਫਾਈਨੈਂਸਿੰਗ ਹੁਣ ਕਿਉਂਕਿ ਇੰਟਰਸਟ ਰੇਟ ਬਹੁਤ ਘੱਟ ਆ ਕਰਵਾਈ ਜਾ ਸਕਦੀ ਆ, ਉਹਦੀਆਂ ਕੀ ਸ਼ਰਤਾਂ ਆ, ਉਹਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ। ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਜੀ ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਜਸਕਰਨ ਚੈਨਲ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿੱਧੂ ਸਾਹਿਬ ਕਿੱਦਾਂ ਰਿਹਾ 2020 ਤੇ 21 'ਚ ਕੀ ਲੱਗਦਾ ਜੀ ਮੌਰਗੇਜ ਤੇ ਇਹ ਸਾਰੀ ਫਾਈਨੈਂਸਿੰਗ ਕਿੱਦਾਂ ਚੱਲੇਗੀ? ਦੇਖੋ ਜੀ, ਜਿਹੜਾ 2020 ਸੀ ਨਾ, ਪੈਂਡੈਮਿਕ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬਹੁਤ ਹੀ ਇਕੋਨਮੀ ਦੇ ਪੱਖ ਤੋਂ ਅਗਰ ਸੋਚਿਆ ਜਾਵੇ, ਇੰਪਲਾਇਮੈਂਟ ਦੇ ਪੱਖ ਤੋਂ ਸੋਚਿਆ ਜਾਵੇ, ਇਟਸ ਕਾਫੀ ਚੈਲੰਜਸ ਰਹੇ ਨੇ। ਸੋ ਜਦੋਂ ਅਸੀਂ ਮੌਰਗੇਜ ਇੰਡਸਟਰੀ ਨੂੰ ਐਜ ਏ ਓਵਰਆਲ ਦੇਖਦੇ ਹਾਂ, ਤੁਸੀਂ ਜਨਵਰੀ ਫਰਵਰੀ, ਸੋ ਇੰਟਰਸਟ ਰੇਟ ਇਜ਼ ਹਾਈ। ਪਰ ਪੈਂਡੈਮਿਕ ਤੋਂ ਬਾਅਦ ਮਾਰਚ ਤੋਂ ਬਾਅਦ ਬੈਂਕ ਆਫ ਕੈਨੇਡਾ ਨੇ ਆਪਣਾ ਜਿਹੜਾ ਪ੍ਰਾਈਮ ਰੇਟ ਹੈ ਉਹ ਸਲੈਸ਼ ਕਰਤਾ। ਉਹਦੇ ਕਰਕੇ ਬੈਂਕਸ ਨੂੰ ਆਟੋਮੈਟਿਕਲੀ ਜਿਹੜੀਆਂ ਮੌਰਗੇਜਸ ਸੀ ਉਹਨਾਂ 'ਤੇ ਰੇਟ ਘਟਾਉਣਾ ਪਿਆ, ਘੱਟ ਰੇਟ 'ਤੇ ਅਵੇਲੇਬਲ ਹੋਈਆਂ। ਜਿਹੜਾ ਪ੍ਰਾਈਮ ਲੈਂਡਿੰਗ ਰੇਟ ਬੈਂਕ ਆਫ ਕੈਨੇਡਾ ਦਾ ਉਹ ਘਟ ਕੇ ਸਭ ਤੋਂ ਨੀਵੇਂ ਪੱਧਰ 'ਤੇ ਆ ਹੁਣ, ਜਿਹਨੂੰ 0.25 ਕਹਿੰਦੇ ਆ। ਅਕੋਰਡਿੰਗਲੀ ਬੈਂਕਸ ਫਿਰ ਉਹਦੇ ਬੇਸ 'ਤੇ ਆਪਦਾ ਪ੍ਰਾਈਮ ਲੈਂਡਿੰਗ ਰੇਟ ਨਿਰਧਾਰਿਤ ਕਰਦੀਆਂ ਨੇ, ਜਿਹੜਾ ਕਿ ਹੁਣ 2.45 ਹੈ। ਇਸ ਬੇਸ 'ਤੇ ਹੀ ਫਿਰ ਮੌਰਗੇਜਸ ਹੁੰਦੀਆਂ ਨੇ। ਸੋ ਦੇਰ ਇਜ਼ ਲਾਈਕ ਬਹੁਤ ਜ਼ਿਆਦਾ ਰੇਟ ਘਟ ਗਏ ਮੌਰਗੇਜਸ 'ਤੇ। ਮੈਂ ਇਹਨੂੰ ਇਸ ਭਾਸ਼ਾ 'ਚ ਕਹਿਣਾ ਕਿ ਲੋਐਸਟ ਨੇ ਹੁਣ, ਜਿੰਨੇ ਘਟਣੇ ਸੀ ਉਹ ਘਟ ਚੁੱਕੇ ਨੇ। ਸੋ 2020 ਇਜ਼ ਏ ਚੈਲੰਜਿੰਗ ਈਅਰ ਸਾਰਿਆਂ ਲੋਕਾਂ ਵਾਸਤੇ ਹੀ, ਹਰ ਪੱਖ ਤੋਂ ਹੀ, ਆਰਥਿਕ ਪੱਖ ਤੋਂ ਵੀ, ਸਮਾਜਿਕ ਪੱਖ ਤੋਂ ਵੀ। ਅਸੀਂ ਕਿਤੇ ਪਾਸੇ ਜਾ ਨਹੀਂ ਸਕੇ, ਰਿਸਟ੍ਰਿਕਸ਼ਨਸ ਹੋ ਗਈਆਂ ਬਿਕੋਜ਼ ਵੀ ਹੈਵ ਟੂ ਫੋਲੋ ਦਾ ਪ੍ਰੋਟੋਕੋਲ। ਸੋ ਸੇਫਟੀ ਹੈ ਸਾਰਿਆਂ ਦੀ। ਸੋ ਵੀ ਹੈਵ ਨੋ ਮਾਸਕ, ਰਾਈਟ। ਪਹਿਲਾਂ ਕਦੇ ਆਪਾਂ ਮਾਸਕ ਨਹੀਂ ਸੀ ਹੁੰਦੇ। ਸੋ ਲਾਈਫ ਦਾ ਜਿਹੜਾ ਇੱਕ ਜਿਉਣ ਦਾ ਤਰੀਕਾ ਉਹ ਟੋਟਲੀ ਡਿਫਰੈਂਟ ਹੋ ਗਿਆ। ਹੁਣ ਆ ਜੀ ਆਪਾਂ 2021। ਸੋ ਹੁਣ ਜਿੰਨੇ ਵੀ ਅਰਥ ਸ਼ਾਸਤਰੀ ਹੈਗੇ ਨੇ, ਡਿਫਰੈਂਟ ਅਦਾਰਿਆਂ ਦੇ ਵਿੱਚ ਕੰਮ ਕਰਦੇ ਨੇ, ਬੈਂਕ ਆਫ ਕੈਨੇਡਾ ਦੇ ਨੇ, TD ਦੇ ਨੇ, ਰੋਇਲ ਦੇ ਨੇ, ਐਵਰੀ ਲਾਈਕ ਜਿੰਨੇ ਵੀ ਨੇ, ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਇਹ ਹੈਗੀ ਆ ਕਿ ਇਟਸ ਨਾਟ ਗੋਨਾ ਬੀ, ਮਤਲਬ ਕਿ ਜ਼ਿਆਦਾ ਹਾਈ ਰੇਟ ਤਾਂ ਨਹੀਂ ਹੋਣੇ, ਪਰ ਹੋਣਗੇ ਜ਼ਰੂਰ, ਬਿਕੋਜ਼ ਦਿਸ ਇਜ਼ ਰਾਈਟ ਨਾਓ ਇਜ਼ ਦ ਲੋਐਸਟ ਰਾਈਟ ਨਾਓ। ਬਟ ਸਮ ਆਫ ਦ ਅਰਥ ਸ਼ਾਸਤਰੀ ਇਕਨੋਮਿਕਸ ਨੇ ਜਿਹੜੇ ਉਹ ਪ੍ਰੋਡਿਕਸ਼ਨ ਦੇ ਰਹੇ ਨੇ ਕਿ ਇਟ ਸ਼ੁੱਡ ਬੀ ਬਾਈ ਦ ਐਂਡ ਆਫ 2021 or the last quarter or the third quarter, they're going to be rate will be high. ਜਦੋਂ ਤੁਸੀਂ ਪੋਸਟ ਪੈਂਡੈਮਿਕ, ਪ੍ਰੀ ਪੈਂਡੈਮਿਕ ਦਾ ਐਰਾ ਦੇਖਦੇ ਹੋ ਤਾਂ ਉਦੋਂ ਐਟ ਦੈਟ ਟਾਈਮ ਜਿਹੜੇ ਰੇਟ ਸੀਗੇ ਉਹ 3% ਦੇ ਨੇੜੇ ਤੇੜੇ ਸੀਗੇ। ਹਾਂਜੀ, 289, 312, 310 ਸਮਥਿੰਗ ਲਾਈਕ ਦੈਟ, ਕਲੋਜ਼ਡ। ਪਲੱਸ ਵੇਰੀਏਬਲ ਸੀ, ਉਹ ਪ੍ਰਾਈਮ ਦੇ ਨਾਲ ਲਿੰਕ ਹੁੰਦੇ ਨੇ ਕਿਉਂਕਿ ਉਦੋਂ ਪ੍ਰਾਈਮ ਜ਼ਿਆਦਾ ਸੀਗਾ। ਸੋ ਤਾਂ ਕਰਕੇ ਇੱਥੇ ਇੱਕ ਰਾਊਂਡ ਵਰਡ ਹੁੰਦੇ ਸੀ। ਸੋ ਜਨਵਰੀ ਫਰਵਰੀ ਦੀ ਗੱਲ ਕਰਦੇ ਹਾਂ। ਸੋ ਕਈ ਜਿਹੜੇ ਅਰਥ ਸ਼ਾਸਤਰੀ ਨੇ ਉਹ ਤਾਂ ਇਹ ਕਹਿੰਦੇ ਨੇ ਕਿ ਐਂਡ ਆਫ 2021 ਇਟਸ ਗੋਨਾ ਬੀ ਨੀਅਰ ਅਬਾਊਟ ਅਗੇਨ ਲਾਈਕ 2.73 ਇੱਥੇ ਹੋਣਗੇ ਰੇਟ ਮੌਰਗੇਜਸ ਦੇ। ਬਾਕੀ ਕੱਲ੍ਹ ਨੂੰ ਕੀ ਹੁੰਦਾ, ਪੈਂਡੈਮਿਕ ਆਫ ਦੀ ਜਿਹੜੀ ਸ਼ੇਪ ਆ ਉਹ ਕੀ ਲੈਂਦਾ ਬਿਕੋਜ਼ ਆਫ ਦਾ ਨਿਊ ਵੇਰੀਐਂਟ, ਹੈ ਨਾ, ਕਿ ਇਹਨੂੰ ਕਿੰਨਾ ਕੰਟਰੋਲ ਕਰਦਾ। ਮੋਰਓਵਰ ਮਾਰਕੀਟ ਦੇ ਵਿੱਚ ਥੋੜ੍ਹੀ ਜਿਹੀ ਪੋਜ਼ੀਟਿਵਿਟੀ ਹੈਗੀ ਆ ਬਿਕੋਜ਼ ਆਫ ਦਾ ਵੈਕਸੀਨੇਸ਼ਨ। ਉਹ ਵੈਕਸੀਨੇਸ਼ਨ ਹੋ ਜਾਣੀ ਆ ਸਾਰਿਆਂ ਦੀ। ਸੋ ਉਹਦੇ ਨਾਲ ਥੋੜ੍ਹੀ ਪੋਜ਼ੀਟਿਵ ਹੈਗੀ ਆ ਕਿ ਇਕੋਨਮੀ ਆਪਣੀ ਉਹ ਥੋੜ੍ਹੀ ਪੋਜ਼ੀਟਿਵਲੀ ਗਰੋ ਕਰੇਗੀ। ਹੁਣ ਵੀ ਤੁਸੀਂ ਦੇਖੋ ਵੀ ਜਿਹੜੇ ਲਾਸਟ ਕੁਆਰਟਰ ਦਾ ਸੀਗਾ 0.03% ਪ੍ਰੋਡਕਸ਼ਨ ਸੀ, 0.04% ਹੋਇਆ ਹੈ ਜੀ। ਹੁਣ ਜਦੋਂ ਆ ਜਾਂਦਾ ਜੀ ਕਿ ਰੇਟ ਕਿਸ ਤਰ੍ਹਾਂ ਨਿਰਧਾਰਿਤ ਕਰਦੇ ਆ, ਜਿਵੇਂ ਹੁਣ ਬੈਂਕ ਆਫ ਕੈਨੇਡਾ ਹੈਗੀ ਆ, ਬੇਸਿਕਲੀ ਜਿਹੜੇ ਰੇਟ ਹੁੰਦੇ ਆ ਨਾ, ਜਿਹੜਾ ਪ੍ਰਾਈਮ ਰੇਟ ਹੁੰਦਾ, ਇਹ ਮਾਰਕੀਟ ਦੀ ਸਪਲਾਈ ਨੂੰ ਕੰਟਰੋਲ ਕਰਨ ਦੇ ਲਈ ਹੁੰਦਾ। ਅੱਛਾ ਜੀ। ਜਦੋਂ ਮਾਰਕੀਟ ਸਲੋ ਹੁੰਦੀ ਆ ਤਾਂ ਰੇਟ ਘੱਟ ਕਰਕੇ ਲੋਕਾਂ ਦੀ ਜੇਬ 'ਚ ਪੈਸਾ ਥੋੜ੍ਹਾ ਜ਼ਿਆਦਾ ਜਾਂਦਾ ਅਤੇ ਉਹ ਮਾਰਕੀਟ 'ਚ ਸਪੈਂਡ ਕਰਦੇ ਆ। ਠੀਕ ਹੈ ਜੀ। ਫਿਰ ਜਦੋਂ ਮਾਰਕੀਟ ਦੇ ਵਿੱਚ ਬੂਮ ਆ ਜਾਂਦਾ, ਫਿਰ ਉਹਨਾਂ ਨੇ ਸਪਲਾਈ ਕੰਟਰੋਲ ਕਰਨੀ ਹੁੰਦੀ ਆ, ਇਨਫਲੇਸ਼ਨ 'ਤੇ ਆ ਜਾਂਦਾ ਇਹਦਾ ਡਾਇਰੈਕਟ ਰਿਲੇਸ਼ਨ। ਸੋ ਫਿਰ ਉਹ ਰੇਟ ਵਧਾ ਦਿੰਦੇ ਨੇ। ਉਹ ਵਧਣ ਦੇ ਨਾਲ ਮੌਰਗੇਜ ਮਹਿੰਗੇ ਹੋ ਜਾਂਦੇ ਨੇ,
ਕੰਜ਼ਿਊਮਰ ਦੇ ਜੇਬ ਦੇ ਵਿੱਚ ਪਾਕਟ ਦੇ ਵਿੱਚ ਮਨੀ ਘੱਟ ਜਾਂਦੀ ਹੈ ਤਾਂ ਉਹ ਸਪੈਂਡ ਘੱਟ ਕਰਦਾ। ਸੋ ਬੈਂਕ ਆਫ ਕੈਨੇਡਾ ਜਦੋਂ ਰੇਟ ਦੇ ਨਾਲ ਛੇੜਛਾੜ ਕਰਦੀ ਹੈ ਉਹਦਾ ਮੇਨ ਪਰਪਸ ਇਹੀ ਹੁੰਦਾ ਕਿ ਜਾਂ ਤਾਂ ਉਹਨੇ ਮਾਰਕੀਟ ਨੂੰ ਮਨੀ ਦੀ ਸਪਲਾਈ ਦੇਣੀ ਆ ਜਾਂ ਉਹਨੇ ਮਾਰਕੀਟ 'ਚ ਮਨੀ ਦੀ ਸਪਲਾਈ ਨੂੰ ਕੰਟਰੋਲ ਕਰਨਾ, ਬਿਕੋਜ਼ ਉੱਥੇ ਜ਼ਿਆਦਾ ਹੋ ਗਈ, ਇਨਫਲੇਸ਼ਨ ਵੱਧ ਗਈ। ਹੁਣ ਜਦੋਂ ਤੁਸੀਂ ਇਨਫਲੇਸ਼ਨ ਦੀ ਹਿਸਟਰੀ ਵੱਲ ਦੇਖਦੇ ਹੋ ਕਿ 2020 ਦੇ ਵਿੱਚ ਆਪਣਾ ਇਨਫਲੇਸ਼ਨ ਰੇਟ ਇੱਕ ਟਾਈਮ ਤੇ ਇਹ ਹੋ ਗਿਆ ਸੀ ਬਿਕੋਜ਼ ਆਫ ਦਾ ਆਇਲ ਪ੍ਰਾਈਸਿਸ ਐਂਡ ਆਲ ਦੈਟ ਕਿ 0.6260 ਤੇ ਪਹੁੰਚ ਗਿਆ ਸੀ ਜੀ, ਠੀਕ ਹੈ ਜੀ। ਹੁਣ ਉਹਦਾ ਮਤਲਬ ਕੀ ਸੀ ਕਿ ਇਨਫਲੇਸ਼ਨ ਮਾਰਕੀਟ ਸਲੋ ਹੋ ਗਈ ਸੀ, ਪਰ ਹੁਣ ਜਿਹੜਾ ਲੇਟੈਸਟ ਅੰਕੜਾ ਹੈਗਾ ਉਹ ਹੈਗਾ 1.27 ਇਨਫਲੇਸ਼ਨ ਅੱਜ ਦੀ ਘੜੀ ਜੀ। ਹੁਣ ਬੈਂਕ ਆਫ ਕੈਨੇਡਾ ਜਦੋਂ ਪਾਸਟ ਤੁਸੀਂ ਹਿਸਟੋਰੀਕਲੀ ਫਿਗਰਸ ਦੇਖਦੇ ਹੋ, ਜਦੋਂ ਇਨਫਲੇਸ਼ਨ 2 ਦੇ ਕਰੀਬ ਚੱਲ ਜਾਂਦਾ, ਨੀਅਰ ਅਬਾਊਟ 2% ਦੇ ਕਰੀਬ ਚੱਲ ਜਾਂਦਾ, ਬੈਂਕ ਆਫ ਕੈਨੇਡਾ ਫਿਰ ਸਪਲਾਈ ਕੰਟਰੋਲ ਕਰਨ ਦੇ ਲਈ ਮਨੀ ਸਪਲਾਈ ਕਰਨ ਰੇਟ ਥੋੜ੍ਹੇ ਜਿਹੇ ਇਨਕਰੀਜ਼ ਕਰਦੀ ਹੈ। ਓਕੇ। ਸੋ ਜਿਹੜੇ ਅਰਥ ਸ਼ਾਸਤਰੀ ਨੇ, ਇਕਨੋਮਿਕਸ ਤੋਂ ਇਹੀ ਸੋਚਦੇ ਨੇ ਕਿ ਮੇਬੀ 2021 ਐਂਡ ਮੇਬੀ ਵੀ ਲਿਟਲ ਬਿਟ ਮੌਰਗੇजेस ਦੇ ਰੇਟ ਥੋੜ੍ਹੇ ਜਿਹੇ ਅਪ ਜਾਣਗੇ, ਬਟ ਨਾਟ ਲਾਈਕ ਕੋਈ ਬਾਹਲਾ ਅਜੂਬਾ ਨਹੀਂ ਹੋਣ ਲੱਗਿਆ, ਲਿਟਲ ਬਿਟ ਅਪ ਹੋਣਗੇ ਹੀ ਹੋਣਗੇ। ਦੈਟ ਵਾਟ ਦ ਪ੍ਰੈਡਿਕਸ਼ਨਸ ਆਰ। ਬਾਕੀ ਕੱਲ੍ਹ ਨੂੰ ਮਾਰਕੀਟ ਕੀ ਸ਼ੇਪ ਲੈਂਦੀ ਹੈ ਵੀ ਡੋਂਟ ਨੋ। ਇੱਕ ਹੋਰ ਗੱਲ, ਜਿਨ੍ਹਾਂ ਨੇ ਮੰਨ ਲਓ ਪਹਿਲਾਂ ਮੌਰਗੇਜ ਲੈ ਲਈ ਸੀ, ਜਿਹੜਾ 2020 ਤੋਂ ਪਹਿਲਾਂ 2019 ਚ ਲੈ ਲਈ ਸੀ ਸ਼ੁਰੂ ਦੇ ਵਿੱਚ, ਉਹਨਾਂ ਦਾ ਰੇਟ 3% 3.5% ਦੇ ਨੇੜੇ ਸੀਗਾ ਮੰਨ ਲਓ। ਇਹਦੇ ਤੋਂ ਬਾਅਦ ਰੇਟ ਘਟ ਗਏ। ਉਹ ਲੋਕ ਜਿਹੜੇ 5 ਸਾਲ ਲਈ ਫਿਕਸ ਮੌਰਗੇਜ ਲੈ ਚੁੱਕੇ ਸੀ ਜਾਂ 3 ਸਾਲ ਲਈ ਫਿਕਸ ਲੈ ਚੁੱਕੇ ਸੀ, ਉਹਨਾਂ ਨੇ ਦੁਬਾਰਾ ਘੱਟ ਰੇਟ ਲਈ ਰੀਫਾਈਨੈਂਸਿੰਗ ਕਰਵਾਉਣ ਲਈ ਹੋਈ ਇਦਾਂ ਗੱਲ ਕਿ ਉਹਨਾਂ ਨੇ ਰੇਟ ਘਟਾਉਣ ਲਈ? ਦੇਖੋ, ਜਦੋਂ ਮਾਰਕੀਟ ਦੇ ਵਿੱਚ ਰੇਟ ਘੱਟ ਹੈ ਤਾਂ ਫਿਰ ਓਬਵੀਅਸਲੀ ਬੰਦਾ ਇੱਧਰ ਉੱਧਰ ਜਾਂਦਾ ਕਿ ਮੈਂ ਵੀ ਰੇਟ ਘੱਟ ਕਰਾਂ। ਹੁਣ ਇਹ ਡਿਪੈਂਡ ਕਰਦਾ ਤੁਸੀਂ ਉਦੋਂ ਟਰਮ ਕਿਹੜੀ ਲਈ ਆ। ਜੇ ਤੇ ਤੁਸੀਂ ਵੇਰੀਏਬਲ ਓਪਨ ਮੌਰਗੇਜ ਲਈ ਆ ਦੈਨ ਉਹਦਾ ਕੋਈ ਫਰਕ ਨਹੀਂ ਹੈਗਾ, ਬਿਕੋਜ਼ ਉਹ ਪ੍ਰਾਈਮ ਦੇ ਨਾਲ ਲਿੰਕ ਹੈਗੀ ਆ ਨਾ, ਜਾਂ ਤਾਂ ਉਹ ਪ੍ਰਾਈਮ ਪਲੱਸ ਹੋਣੀ ਹੈ ਜਾਂ ਪ੍ਰਾਈਮ ਮਾਈਨਸ ਹੋਣੀ ਆ। ਸੋ ਉਹਦਾ ਕੋਈ ਇਸ਼ੂ ਨਹੀਂ ਹੈਗਾ। ਇਸ਼ੂ ਹੈਗਾ ਜਿਹੜਾ ਫਿਕਸਡ ਮੌਰਗੇजेस ਲਈਆਂ ਨੇ 3 ਸਾਲ ਦੀਆਂ 5 ਸਾਲ ਦੀਆਂ, ਦੈਨ ਯੂ ਕੈਨ ਟਾਕ ਟੂ ਯੂਅਰ ਬ੍ਰਾਂਚ, ਟਾਕ ਟੂ ਯੂਅਰ ਬੈਂਕ, ਟਾਕ ਟੂ ਯੂਅਰ ਕ੍ਰੈਡਿਟ ਯੂਨੀਅਨ। ਤੁਸੀਂ ਉੱਥੇ ਜਾ ਕੇ ਉਹਨਾਂ ਨਾਲ ਗੱਲ ਕਰੋ। ਦੇयर ਇਜ਼ ਆਪਸ਼ਨਸ ਅਵੇਲੇਬਲ ਟੂ ਰਿਡਿਊਸ ਯੂਅਰ ਰੇਟ ਜੋ ਅੱਜ ਦੇ ਮਾਰਕੀਟ 'ਚ ਚੱਲਦਾ। ਦੇਖੋ, ਜੇ ਹੁਣ ਸਿੰਪਲ ਹੈ, ਜੇ ਤੁਸੀਂ ਟਰਮ ਏ ਬੈਂਕ ਕੋਲੇ ਤੁਹਾਡੀ ਮੌਰਗੇਜ ਹੈਗੀ ਆ 5 ਸਾਲ ਦੀ ਕਲੋਜ਼ਡ ਹੈਗੀ ਆ, 2 ਸਾਲ ਲੰਘ ਗਏ ਉਹਦੇ 3 ਸਾਲ ਰਹਿੰਦੇ ਆ, ਤੁਸੀਂ ਬੀ ਬੈਂਕ ਕੋਲੇ ਜਾਂਦੇ ਹੋ, ਉਹ ਤੁਹਾਨੂੰ ਘੱਟ ਰੇਟ ਤੇ ਮੌਰਗੇਜ ਦੇ ਦਿੰਦੀ ਆ, ਦੈਨ ਏ ਬੈਂਕ ਵਿਲ ਚਾਰਜ ਯੂ ਅ ਪੈਨਲਟੀ। ਅੱਛਾ ਜੀ, ਉਹਦੀ ਪੈਨਲਟੀ ਹੁੰਦੀ ਹੈ? ਹਾਂਜੀ, ਤਾਂ ਉਹ ਤੁਹਾਡੀ ਪੈਨਲਟੀ ਚਾਰਜ ਕਰਦੇ ਆ, ਦੈਨ ਯੂ ਵਿਲ ਗੈਟ ਦ ਮੌਰਗੇਜ। ਬਟ ਬੀ ਏ ਸਮਾਰਟ ਪਰਸਨ, ਗੋ ਟੂ ਯੂਰ ਬੈਂਕ, ਗੋ ਟੂ ਯੂਰ ਕ੍ਰੈਡਿਟ ਯੂਨੀਅਨ, ਟਾਕ ਟੂ ਦੈਮ। ਫਿਰ ਉਹ ਉਹਨੂੰ ਐਕਸਟੈਂਡਡ ਬਲੈਂਡਡ ਹੁੰਦੀ ਹੈ। ਜੇ ਤੁਸੀਂ ਹੋਰ ਵੀ ਪੈਸਾ ਚੱਕਣਾ ਰੀਫਾਈਨਾਂਸ, ਦੋ ਸਿਨੈਰੀਓ ਨੇ। ਇੱਕ ਤੇ ਹੁੰਦਾ ਕਿ ਬਲੈਂਡ ਰੇਟ ਕਰ ਦਿਓ ਜੀ, ਮੇਰਾ ਰੇਟ ਘਟਾ ਦਿਓ। ਫਿਰ ਉਹ ਬੈਂਕ ਪੈਨਲਟੀ ਚਾਰਜ ਉਹ ਇਸ ਹਿਸਾਬ ਦੇ ਨਾਲ ਕੈਲਕੂਲੇਸ਼ਨਸ ਕਰਦੇ ਨੇ ਕਿ ਤਾਂ ਕਿ ਤੁਹਾਨੂੰ ਇੰਟਰਸਟ ਜ਼ਿਆਦਾ ਨਾ ਲੱਗੇ ਤੇ ਤੁਹਾਨੂੰ ਪੈਨਲਟੀ ਵੀ ਹੋ ਜੇ, ਤੁਹਾਡਾ ਰੇਟ ਬਲੈਂਡ ਕਰ ਦਿੰਦੇ ਨੇ ਉਹ। ਇੱਕ ਹੁੰਦੀ ਹੈ ਐਕਸਟੈਂਡਡ ਬਲੈਂਡਡ ਕਿ ਮੈਨੂੰ ਪੈਸਾ ਵੀ ਚਾਹੀਦਾ ਜੀ ਥੋੜ੍ਹਾ ਜਿਹਾ, ਸਪੋਜ਼ ਮੇਰੀ ਮੌਰਗੇਜ ਤੋਂ ਮੈਨੂੰ $1,00,000 ਹੋਰ ਚਾਹੀਦਾ, ਮੈਂ ਰੀਫਾਈਨਾਂਸ ਕਰਨਾ, 1.5 ਲੱਖ ਚਾਹੀਦਾ, 2 ਲੱਖ ਚਾਹੀਦਾ, then you can talk to them and then they will do the extended blended। ਉਹਦੇ ਵਿੱਚ ਤੁਹਾਡੀ ਨਵੀਂ ਮੌਰਗੇਜ ਇਸ ਹਿਸਾਬ ਦੇ ਨਾਲ ਰੇਟ ਨੂੰ ਫਿੱਟ ਕਰ ਦੇਣਗੇ ਕਿ ਤੁਹਾਨੂੰ ਐਕਚੁਅਲ ਦੇ ਵਿੱਚ ਇਫੈਕਟ ਆ ਜਿਹੜਾ ਇੰਟਰਸਟ ਦਾ ਉਹ ਉਨਾ ਹੀ ਪਊਗਾ ਜਿੰਨਾ ਬਾਹਰ ਪੈਂਦਾ, ਠੀਕ ਹੈ ਨਾ। ਤੇ ਤੁਹਾਡਾ ਰੇਟ ਵੀ ਤੁਹਾਨੂੰ ਪੈਨਲਟੀ ਵੀ ਨਹੀਂ ਦੇਣੀ ਪੈਣੀ ਤੇ ਤੁਹਾਡੀ ਮੌਰਗੇਜ ਰੀਫਾਈਨਾਂਸ ਵੀ ਹੋਵੇ। ਤੇ ਹੁਣ ਕੀ ਲੱਗਦਾ ਅਗਲੇ ਸਾਲ ਦੇ ਵਿੱਚ ਬਹੁਤ ਵੱਡੀ ਗੱਲ ਜਿਹੜੀ ਰੀਅਲ ਸਟੇਟ ਆ ਉਹ ਕਹਿੰਦੇ ਇਸ ਕਰਕੇ ਚੱਲ ਰਹੀ ਹੈ, ਅਸੀਂ ਗੱਲਬਾਤ ਕਰਕੇ ਹਟੇ ਗੁਰਿੰਦਰ ਸਿੰਘ ਧਾਲੀਵਾਲ ਉਹਨਾਂ ਦੇ ਨਾਲ, ਕਿ ਇੰਟਰਸਟ ਰੇਟ ਬਹੁਤ ਲੋ ਆ ਤੇ ਇਹਨੇ ਹੀ ਚਲਾਇਆ ਇਸ ਰੀਅਲ ਸਟੇਟ ਮਾਰਕੀਟ ਨੂੰ ਕਿ ਇਸ ਔਖੇ ਸਮੇਂ ਦੇ ਵਿੱਚ ਵੀ ਲੋਕਾਂ ਨੇ ਖਰੀਦੋ ਫਰੋਖਤ ਜਾਰੀ ਰੱਖੀ ਹੈ ਘਰਾਂ ਦੀ ਜਾਂ ਕਮਰਸ਼ੀਅਲ ਜਿਹੜੀ ਹੈਗੀ ਹੈ। ਇਹਦਾ ਕੋਈ ਅਸਰ ਅਗਲੇ ਸਾਲ ਇੰਨਾ ਕੁ ਪਊਗਾ ਕਿ ਰੇਟ ਵੱਧਦੇ ਆ ਤਾਂ ਰੀਅਲ ਸਟੇਟ ਮਾਰਕੀਟ ਦੇ ਉੱਤੇ ਕੋਈ ਅਸਰ ਇਹਦਾ? ਦੇਖੋ, ਰੀਅਲ ਇਸਟੇਟ ਮਾਰਕੀਟ ਅਕੋਰਡਿੰਗ ਟੂ ਮੀ, ਮੇਰਾ ਵਿਚਾਰ ਹੈ ਕਿ ਇਕੱਲੇ ਇੰਟਰਸਟ ਰੇਟ ਦੇ ਨਾਲ ਨਹੀਂ ਚੱਲਦੀ। ਆਲਦੋ ਇੰਟਰਸਟ ਰੇਟ plays a major role ਹੁੰਦਾ ਕਿ ਅੱਜ ਅਸੀਂ ਹਿਸਟੋਰੀਕਲੀ ਲੋ ਰੇਟ ਤੇ ਬੈਠੇ ਹਾਂ ਤਾਂ ਲੋਕੀ ਜ਼ਿਆਦਾ ਬਾਏ ਕਰਦੇ ਕਿ ਮੈਂ ਇਨਵੈਸਟ ਕਰਦੇ ਹਨ। ਮੋਰ ਓਵਰ ਅਨਦਰ ਥਿੰਗ ਇਜ਼ ਦ ਡਿਮਾਂਡ ਆਲਸੋ। ਜੀ ਡਿਮਾਂਡ ਹੈਗੀ ਆ, ਦੇਖੋ ਬੰਦਾ ਤਾਂ ਹੀ ਮਾਰਕੀਟ ਅਪ ਹੋ ਗਈ ਨਾ, ਡਿਮਾਂਡ ਸਪਲਾਈ ਆ ਸਾਰੀ ਜੀ, ਡਿਮਾਂਡ ਜ਼ਿਆਦਾ ਹੈ। ਸੋ ਇਹ ਬੇਸਿਕਲੀ ਇਹ ਦੋਨੋਂ ਚੀਜ਼ਾਂ ਦਾ ਰਲੇਵਾਂ ਜਿਹਦੇ ਕਰਕੇ ਇਹ ਲੱਗੀ ਆ।
ਹੁਣ 2021 ਦੇ ਵਿੱਚ ਲਾਈਕ ਪ੍ਰੈਡਿਕਸ਼ਨ ਕੋਈ ਨਹੀਂ ਦੇ ਸਕਦਾ ਕਿ ਵਿਚ ਵੇ ਦਾ ਮਾਰਕੀਟ ਵਿਲ ਗੋ, ਬਟ ਇੰਨਾ ਕੁ ਜ਼ਰੂਰ ਹੈ ਜੋ ਅਰਥ ਸ਼ਾਸਤਰੀ ਕਹਿੰਦੇ ਨੇ ਕਿ ਰੇਟ ਆਫ ਇੰਟਰਸਟ ਔਨ ਦਾ ਮਾਰਗੇजेस ਬਾਈ ਦ ਐਂਡ ਆਫ 2021 ਇਟ ਮੇ ਗੋ ਲਿਟਲ ਬਿਟ ਅਪ। ਇੱਕ ਸਾਨੂੰ ਹੋਰ ਨੁਕਤਾ ਦੱਸਿਓ ਕਿ ਜਿਹੜੇ ਪਹਿਲੀ ਵਾਰ ਜਿਹਨਾਂ ਨੇ ਮੌਰਗੇਜ ਲੈਣੀ ਹੈ, 3-4 ਗੱਲਾਂ ਅਸੀਂ ਸੁਣਦੇ ਹਾਂ। ਪਹਿਲੀ ਗੱਲ ਤਾਂ ਜੇ ਮੰਨ ਲਓ ਕਿਸੇ ਨੇ ਮੌਰਗੇਜ ਲੈ ਲਈ, ਪਹਿਲੇ ਸਵਾਲ ਦਾ ਹੀ ਮੈਂ ਅਗਲਾ ਹਿੱਸਾ ਜਿਹੜਾ ਪੁੱਛਣਾ ਚਾਹੁੰਦਾ, ਉਹਨੇ ਮੌਰਗੇਜ ਲੈ ਲਈ ਸੀ ਤੇ ਉਹਨੇ ਹੁਣ ਇੰਟਰਸਟ ਰੇਟ ਘਟ ਗਏ, ਜਦੋਂ ਉਹਨੇ ਰੀਫਾਈਨੈਂਸ ਤੁਹਾਡੇ ਕੋਲ ਕਰਵਾਉਣ ਆਉਣਾ ਕਿ ਜੀ ਮੇਰਾ ਕੈਸ਼ ਆਊਟ ਕਰ ਦਿਓ ਜਾਂ ਮੈਨੂੰ ਐਕਸਟੈਂਡਡ ਬਲੈਂਡਡ ਕਰ ਦਿਓ ਕੁਛ, ਉਹਦੀ ਜਿਹੜੀ ਕੁਆਲੀਫਿਕੇਸ਼ਨ ਆ, ਉਹਦੀ ਇਨਕਮ ਉਦੋਂ ਵੀ ਉਨੀ ਹੋਣੀ ਜ਼ਰੂਰੀ ਹੈ ਜਦੋਂ ਉਹਨੇ ਮੌਰਗੇਜ ਲਈ ਸੀ, ਜਾਂ ਹੁਣ ਇੱਕ ਵਾਰੀ ਹੋ ਗਈ ਤਾਂ ਡਨ? ਦੇਖੋ, ਜਦੋਂ ਹੁਣ ਰੀਫਾਈਨਾਂਸ ਆ ਗਿਆ ਇਹਦੇ ਵਿੱਚ, ਉਹਨੂੰ ਹੋਰ ਪੈਸਾ ਚਾਹੀਦਾ ਤਾਂ ਓਬਵੀਅਸਲੀ ਉਹਦੀ ਇਨਕਮ ਤੇ ਹੀ ਉਹਨੂੰ ਕੁਆਲੀਫਾਈ ਕੀਤਾ ਜਾਣਾ, ਜੋ ਲੇਟੈਸਟ ਉਹਦੀ ਹੈਗੀ। ਪਰ ਜਦੋਂ ਉਹਨੇ ਮੌਰਗੇਜ ਲਈ ਸੀ, ਹਾਂਜੀ, ਜੇ ਉਹ ਕੁਆਲੀਫਾਈ ਕਰਦਾ ਸੀ ਉਹਨੂੰ ਮੌਰਗੇਜ ਮਿਲ ਗਈ। ਹਾਂਜੀ। ਅੱਜ 5 ਸਾਲ ਦੀ ਉਹਦੀ ਮੰਨ ਲਓ ਫਿਕਸ ਆ, 3 ਸਾਲ ਬਾਅਦ ਉਹ ਦੁਬਾਰਾ ਰੀਫਾਈਨੈਂਸ ਕਰਵਾਉਣ ਆ ਗਿਆ, ਤਾਂ ਉਹਨੂੰ ਹੁਣ ਅੱਜ ਦੀ ਇਨਕਮ ਤੇ ਹੀ ਉਹਨੂੰ ਕੁਆਲੀਫਾਈ ਕਰਨਾ ਪੈਣਾ। ਅਗੇਨ ਵੀ ਹੈਵ ਟੂ ਕੁਆਲੀਫਾਈ ਇਫ ਹੀ ਨੀਡ ਸਮ ਮੋਰ ਮਨੀ। ਜੇ ਉਹਨੇ ਮਨੀ ਨਹੀਂ ਲੈਣੀ, ਸਿੰਪਲੀ ਉਹਦੀ ਟਰਮ ਮੈਚਿਓਰ ਹੋ ਗਈ, 5 ਸਾਲ ਦੀ ਸੀ, 5 ਸਾਲ ਪੂਰੇ ਹੋ ਗਏ, ਮਨੀ ਉਹਨੂੰ ਐਕਸਟਰਾ ਨਹੀਂ ਲੈਣੀ, ਉਹਨੇ ਰੀਨਿਊ ਕਰਨੀ ਆ, ਦੈਟ ਵਿਲ ਬੀ ਔਨ ਦਾ ਲੇਟੈਸਟ ਰੇਟ ਐਂਡ ਨੋ ਨੀਡ ਫॉर ਦਾ ਇਨਕਮ। ਉਹ ਫਿਰ ਸਿੰਪਲ ਰੇਟ ਨੈਗੋਸ਼ੀਏਟ ਹੋਣਾ ਤੇ ਟਰਮ ਕਿਹੜੀ ਲੈਣੀ ਆ ਉਹਨੇ ਉਹ ਨੈਗੋਸ਼ੀਏਟ ਹੋਣਾ। ਇੱਕ ਹੋਰ ਦੱਸਿਓ ਕਿ ਇਹਦੇ ਵਿੱਚ 3-4 ਚੀਜ਼ਾਂ ਦੱਸਦੇ ਆ ਮੌਰਗੇਜ ਤੋਂ ਪਹਿਲਾਂ ਤੇ ਰੀਫਾਈਨੈਂਸ ਤੋਂ ਪਹਿਲਾਂ ਵੀ ਇਹੀ ਦੱਸਦੇ ਆ। ਇੱਕ ਕਹਿੰਦੇ ਇਨਕਮ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਹਾਂਜੀ। ਇੱਕ ਦੱਸਦੇ ਆ ਕ੍ਰੈਡਿਟ ਸਕੋਰ, ਹਾਂਜੀ, ਜਿਹੜਾ ਹੋਣਾ ਬਹੁਤ ਜ਼ਰੂਰੀ ਹੈ। ਕਿਹੜੀ ਚੀਜ਼ ਦਾ ਇਹਨਾਂ ਦੇ ਵਿੱਚੋਂ ਮੌਰਗੇਜ ਦੀ ਕੁਆਲੀਫਿਕੇਸ਼ਨ ਤੇ ਅਸਰ ਪੈਂਦਾ ਤੇ ਕਿਹੜੀ ਚੀਜ਼ ਦੇ ਨਾਲ ਜਿਹੜਾ ਆ ਉਹ ਰੇਟ ਤੇ ਅਸਰ ਪੈਂਦਾ, ਵੀ ਮੈਨੂੰ ਵਿਆਜ ਕਿੰਨੇ ਤੇ ਮਿਲਣੀ ਹੈ, ਕੀ ਮੇਰੀ ਇਨਕਮ ਦੇ ਨਾਲ ਉਹ ਵੀ ਘੱਟ ਵੱਧ ਸਕਦੀ ਹੈ? ਦੇਖੋ, ਜਿਹੜੀ ਕੁਆਲੀਫਿਕੇਸ਼ਨ ਹੈ ਉਹ ਟੋਟਲੀ ਇਨਕਮ ਤੇ ਡਿਪੈਂਡ ਕਰਦੀ ਹੈ। ਤੁਸੀਂ ਐਲੀਜੀਬਲ ਹੈਗੇ ਮੌਰਗੇਜ ਦੀ? ਹਾਂਜੀ, ਉਹ ਤੁਹਾਡੀ ਇਨਕਮ ਤੇ ਆ, ਉਹ GDS TDS 30 42 ਵਟਐਵਰ ਡਿਫਰੈਂਟ ਆਰਗੇਨਾਈਜੇਸ਼ਨ, ਉਹ ਇਨਕਮ ਦੇ ਨਾਲ ਹੀ ਲਿੰਕ ਹੈ। ਹੁਣ ਜਿੱਥੋਂ ਤੱਕ ਆ ਗਿਆ ਰੇਟ ਹੁੰਦਾ ਕ੍ਰੈਡਿਟ ਸਕੋਰ ਜਿਹੜਾ ਆਪਾਂ ਕਹਿੰਦੇ ਉਹ ਕੀ ਆ, ਉਹ ਮੇਰੀ ਕ੍ਰੈਡਿਟ ਹਿਸਟਰੀ ਆ ਕਿ ਮੈਂ ਜਿਵੇਂ ਆਪਣੇ 2 ਆਰਗੇਨਾਈਜੇਸ਼ਨਸ ਨੇ, ਇੱਕ ਇਕੋਫੈਕਸ ਹੈ, ਇੱਕ ਟਰਾਂਸ ਯੂਨੀਅਨ ਹੈਗੀ ਆ, ਉਹ ਆਪਣੇ ਬਿਹੇਵੀਅਰ ਨੂੰ ਮੋਨੀਟਰ ਕਰਦੇ ਨੇ ਕਿ ਇਸ ਬੰਦੇ ਦਾ ਫਾਈਨਾਂਸ ਪ੍ਰਤੀ, ਕ੍ਰੈਡਿਟ ਪ੍ਰਤੀ ਕੀ ਬਿਹੇਵੀਅਰ ਹੈ, ਅਕੋਰਡਿੰਗਲੀ ਦੇ ਵਿਲ ਗਿਵ ਅਸ ਏ ਪੁਆਇੰਟਸ। ਠੀਕ ਹੈ, ਸੋ ਯੂਜ਼ਲੀ ਬੈਂਕਸ ਕੀ ਕਰਦੇ ਨੇ, 650 ਤੋਂ ਥੱਲੇ ਨੂੰ ਚੰਗਾ ਨਹੀਂ ਸਮਝਦੇ, 650 ਐਂਡ ਪਲੱਸ। ਜਿੰਨਾ ਤੁਹਾਡਾ ਕ੍ਰੈਡਿਟ ਅੱਛਾ ਹੋਏਗਾ ਯੂ ਕੈਨ ਨੈਗੋਸ਼ੀਏਟ, ਉਹ ਰੇਟ ਦੇ ਨਾਲ ਡਾਇਰੈਕਟਲੀ ਪ੍ਰੋਪੋਰਸ਼ਨੇਟ ਹੈ। ਆਲਦੋ ਜੇ ਤੁਹਾਡੀ ਇਨਕਮ ਵੀ ਚੰਗੀ ਹੈਗੀ ਆ, ਉਹਦਾ ਵੀ ਰੇਟ ਤੇ ਨਿਰਧਾਰਿਤ ਕਰਨ ਵੇਲੇ ਇਫੈਕਟ ਪੈਂਦਾ, ਪਰ ਮੇਨਲੀ ਕ੍ਰੈਡਿਟ ਸਕੋਰ ਪਲੇ ਮੇਜਰ ਰੋਲ ਡਿਸਾਈਡਿੰਗ ਦਾ ਰੇਟ। ਤੇ ਇਹਦਾ ਮਤਲਬ ਜੇ 2 ਬੰਦੇ ਆਉਂਦੇ ਅੱਜ ਦੀ ਤਰੀਕ ਦੇ ਵਿੱਚ, ਬੈਂਕ ਆਫ ਕੈਨੇਡਾ ਦਾ ਰੇਟ ਇੱਕ ਫਿਕਸ ਆ, ਇੱਕ ਦਾ ਕ੍ਰੈਡਿਟ ਸਕੋਰ ਹੋਰ ਆ, ਦੂਜੇ ਦਾ ਕ੍ਰੈਡਿਟ ਸਕੋਰ ਹੋਰ ਆ, ਉਹਨਾਂ ਦੋਵਾਂ ਨੂੰ ਰੇਟ ਵੱਖਰਾ ਵੱਖਰਾ ਮਿਲੂਗਾ? ਬਿਲਕੁਲ ਬਿਲਕੁਲ, ਇਹ ਡਿਪੈਂਡ ਕਰਦਾ ਨੈਗੋਸ਼ੀਏਸ਼ਨ ਤੇ। ਇਹ ਕੋਈ ਫੈਕਟ ਜੇ ਤੁਸੀਂ ਕਹ ਦਿਓ ਕਿ ਕੰਧ ਤੇ ਲਿਖਿਆ ਹੋਇਆ ਰੂਲ ਨਹੀਂ ਹੈਗਾ, ਇਹ ਤੁਹਾਡੀ ਨੈਗੋਸ਼ੀਏਸ਼ਨ ਹੋਣੀ ਹੈ। ਜੇ ਮੇਰਾ ਕ੍ਰੈਡਿਟ ਵੀਕ ਹੈਗਾ, ਠੀਕ ਹੈ, ਇੱਕ ਹੁਣ ਸਪੋਜ਼ ਇੱਕ ਬੰਦੇ ਦਾ 800 ਸਕੋਰ ਹੈ, ਠੀਕ ਹੈ, ਉਹ ਹਰ ਇੱਕ ਬੈਂਕ ਉਸ ਬੰਦੇ ਨੂੰ ਡੀਲ ਕਰਨਾ ਚਾਹੂਗਾ ਕਿਉਂਕਿ ਉਹਦਾ ਕ੍ਰੈਡਿਟ ਐਕਸਲੈਂਟ ਆ, ਟਾਈਮ ਤੇ ਪੇਮੈਂਟਸ ਕਰਦਾ, ਸੋ ਬੈਂਕ ਨੂੰ ਆਪਣੀ ਐਕਸਟਰਾ ਐਫਰਟਸ ਨਹੀਂ ਕਰਨੀਆਂ ਪੈਣੀਆਂ ਮੌਰਗੇਜ ਨੂੰ ਮੋਨੀਟਰ ਕਰਨ ਦੇ ਸੰਬੰਧ ਵਿੱਚ। ਇੱਕ ਬੰਦੇ ਦਾ ਕ੍ਰੈਡਿਟ ਸਕੋਰ ਸੇ 640 ਹੈ, ਉੱਥੇ ਫਿਰ ਬੈਂਕ ਦਾ ਰਿਸਕ ਵੀ ਤਾਂ ਥੋੜਾ ਜ਼ਿਆਦਾ, ਫਿਰ ਉਹਨੂੰ ਰੇਟ ਐਜ਼ ਕੰਪੇਅਰ ਟੂ 800 ਜ਼ਿਆਦਾ ਲੱਗੂਗਾ, 800 ਨੂੰ ਘੱਟ ਲੱਗੂਗਾ, ਕਿਉਂਕਿ ਉੱਥੇ ਬੈਂਕ ਨੇ ਆਪਣੇ ਜੋ ਵੀ ਐਡਮਿਨਿਸਟ੍ਰੇਟਿਵ ਚੀਜ਼ਾਂ ਹੈਗੀਆਂ ਉਹ ਕੰਟਰੋਲ 'ਚ ਹੋ ਜਾਣੀਆਂ ਨੇ, ਉਹਦਾ ਬਿਹੇਵੀਅਰ ਬਹੁਤ ਚੰਗਾ। ਮਤਲਬ ਜਿਹੜੇ ਕੋਲੇ ਕ੍ਰੈਡਿਟ ਸਕੋਰ ਘੱਟ ਆ, ਇਹਦਾ ਮਤਲਬ ਉੱਥੇ ਬੈਂਕ ਦਾ ਪੈਸਾ ਮਾਰਨ ਦਾ ਰਿਸਕ ਵੱਧ ਆ। ਯੈਸ, ਇਸ ਕਰਕੇ ਉਹ ਵਿਆਜ ਜ਼ਿਆਦਾ ਲੈ ਰਹੇ। ਹਾਂ, ਰੇਟ ਆਫ ਇੰਟਰਸਟ ਹੁਣ ਜਿਵੇਂ 20 ਲੈਂਡਰ ਦਿੰਦੇ ਨੇ, ਜਿਹੜੇ ਪ੍ਰਾਈਵੇਟ ਮੌਰਗੇਜ ਦਿੰਦੇ ਨੇ, ਉਹਨੂੰ ਫਸਟ ਮੌਰਗੇਜ ਕਿਤੇ ਹੋਰ ਹੈ, ਸੈਕੰਡ ਮੌਰਗੇਜ ਅਗਲਾ ਚੱਕ ਲੈਂਦਾ, ਪਰ ਉਹ ਰੇਟ ਹਾਈ ਤੇ 8-9% ਤੇ, ਕਿਉਂ? ਕਿਉਂਕਿ ਉਹਦਾ ਰਿਸਕ ਜ਼ਿਆਦਾ ਹੈ। ਸੋ ਰੇਟ ਜਦੋਂ ਰਿਸਕ ਐਨਾਲਿਸਿਸ ਕਰਦੀ ਹੈ ਕੋਈ ਵੀ ਆਰਗੇਨਾਈਜੇਸ਼ਨ, ਕੋਈ ਵੀ ਕ੍ਰੈਡਿਟ ਯੂਨੀਅਨ, ਕੋਈ ਵੀ ਬੈਂਕ, ਤਾਂ ਫਿਰ ਉਹਦੇ ਜਿੰਨੇ ਵੀ ਅੰਡਰ ਰਾਈਟਰ ਨੇ ਫਿਰ ਉਹ ਰਿਸਕ ਦੇਖਦੇ ਨੇ, ਉਹਦਾ ਉਸ ਹਿਸਾਬ ਦੇ ਨਾਲ ਰੇਟ ਆਫਰ ਕੀਤਾ ਜਾਂਦਾ। ਤੇ ਜਿਹੜਾ ਹੁਣ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ 2021 ਦੇ ਆਖਰ ਵਿੱਚ ਰੇਟ ਵੱਧ ਸਕਦਾ ਆ, ਜੇ ਰੇਟ ਤਾਂ ਵਧੂਗਾ, ਰੇਟ ਵਧਣ ਦਾ ਮਤਲਬ ਇਹ ਆ ਕਿ ਇਕਨੋਮੀ ਠੀਕ ਕੰਮ ਕਰ ਰਹੀ ਹੈ ਕਿ ਰੇਟ ਘੱਟ ਦੇ ਉੱਤੇ? ਨਹੀਂ, ਇਕਨੋਮੀ ਅਪ ਹੈ, ਇਨਫਲੇਸ਼ਨ ਦੇ ਨਾਲ ਲਿੰਕ ਹੈ ਜੀ, ਠੀਕ ਹੈ ਜੀ।
ਰਾਈਟ ਨਾਓ ਇਨਫਲੇਸ਼ਨ 1.27 ਹੈ, ਜਦੋਂ ਇਹ 2 ਦੇ ਨੇੜੇ ਆ ਗਿਆ it's gonna be little bit because market activity बड़ी high होगी. Now government want to control it. Now government want to control it. Okay, मैं control करूँगी. मेरी आज mortgage से variable है, ठीक है, मेरा इंटरेस्ट ज़्यादा लगूगा, मेरी लाइन ऑफ क्रेडिट है, मेरा इंटरेस्ट ज़्यादा लगू, प्राइम बढ़ जाऊगा. ਵਧਣ ਦੇ ਨਾਲ ਜਿੱਥੇ ਮੈਂ ਪਹਿਲਾਂ ਇੰਟਰਸਟ ਸੀ $500 ਪੇ ਕਰਦਾ ਸੀ, ਮੈਂ 700 ਪੇ ਕਰਨ ਲੱਗਾ, 200 ਐਕਸਟਰਾ ਚਲਾ ਗਿਆ, ਜਿਹੜਾ ਕਿ ਮੈਂ ਮਾਰਕੀਟ ਦੇ ਵਿੱਚ ਖਰਚ ਕਰਨਾ ਸੀ 200 ਮੇਰਾ ਰਿਟੇਨ ਹੋ ਗਿਆ ਇੱਥੇ. ਸੋ ਮਾਰਕੀਟ ਦੀ ਐਕਟੀਵਿਟੀ ਥੋੜੀ ਸਲੋ ਹੋ ਗਈ ਤਾਂ ਕਿ ਓਵਰ ਹੀਟ ਨਾ ਹੋਵੇ ਮਾਰਕੀਟ. ਸੋ ਬੈਂਕ ਆਫ ਕੈਨੇਡਾ ਔਰ ਜਿੰਨੀਆਂ ਵੀ ਫੈਡਰਲ ਏਜੰਸੀਜ਼ ਆਫ ਡਿਫਰੈਂਟ ਗਵਰਨਮੈਂਟਸ ਦੀਆਂ ਹੁੰਦੀਆਂ ਨੇ ਡਿਫਰੈਂਟ ਕੰਟਰੀਜ਼ ਦੀਆਂ, ਫਿਰ ਉਸ ਹਿਸਾਬ ਨਾਲ ਉਹਨੂੰ ਕੰਟਰੋਲ ਕਰਨ. ਜੀ ਸਿਰ ਸਾਹਿਬ, ਆਖਰ ਦੇ ਵਿੱਚ ਇਸ ਵੇਲੇ ਕੀ ਸਲਾਹ ਆ ਲੋਕਾਂ ਨੂੰ ਮੌਰਗੇਜ ਦੇ ਸੰਬੰਧੀ, ਜਾਂ ਕੋਈ ਟਿਪ ਜਾਂ ਕੋਈ ਨੁਸਖਾ ਇਸ ਪੈਂਡੈਮਿਕ ਦੇ ਵਿੱਚ ਬਹੁਤ ਸਾਰੇ ਲੋਕ ਅੱਗੇ ਵਧ ਰਹੇ ਆ ਘਰ ਲੈਣ ਦੇ ਲਈ, ਕੀ ਸਲਾਹ ਹੈ ਤੁਹਾਡੀ? ਦੇਖੋ, ਹਰ ਇੱਕ ਨੇ ਆਪਣੇ ਹਿਸਾਬ ਨਾਲ, ਮੇਰਾ ਤਾਂ ਇੱਕੋ ਹੀ ਕਹਿਣਾ ਜੀ, ਪੰਜਾਬੀ 'ਚ ਕਹਿੰਦੇ ਕਿ ਚਾਦਰ ਦੇਖ ਕੇ ਪੈਰ ਪਸਾਰੋ. ਸੋ ਲੁੱਕ ਯੂਰ ਫਾਈਨੈਂਸਿਸ ਫਸਟ, ਠੀਕ ਹੈ, ਤੁਸੀਂ ਉਹ ਆਪਣੇ ਹਿਸਾਬ ਦੇ ਨਾਲ ਦੇਖੋ, ਜੇ ਤੁਸੀਂ ਅਫੋਰਡ ਕਰ ਸਕਦੇ ਹੋ ਵਾਈ ਨਾਟ, ਗੋ ਫॉर ਇਟ. ਪਰ ਇਹ ਨਾ ਹੋਵੇ ਕਿ ਲਾਈਫ ਨੂੰ ਤੁਸੀਂ ਇੰਪੋਜ਼ ਕਰੋ, ਸਿਰਫ ਤੁਸੀਂ ਉਸ ਹਿਸਾਬ ਦੇ ਨਾਲ ਚੱਲੋ ਕਿ ਚਾਦਰ ਦੇਖ ਕੇ ਪੈਰ ਪਸਾਰੋ ਬਸ. ਆਖਰੀ ਸਵਾਲ ਸਿੱਧੂ ਸਾਹਿਬ, ਇੱਕ ਗੱਲ ਇਹ ਕਹਿੰਦੇ ਸੀ ਵੀ ਇਸ ਕਰੋਨਾ ਦੇ ਕਰਕੇ ਲੋਕਾਂ ਦੀਆਂ ਨੌਕਰੀਆਂ ਚਲੇ ਗਈਆਂ, ਹਾਂ, ਉਹਦੇ ਨਾਲ ਇਨਕਮ ਬੰਦ ਹੋ ਗਈ, ਵੀ ਲੋਕਾਂ ਦੀ ਬੁਰੀ ਹਾਲਤ ਆ, ਵੀ ਹੁਣ ਤਾਂ ਜਿਹੜੇ ਆ ਫੋਰਕਲੋਜ਼ਰ ਹੋਣਗੇ, ਲੋਕਾਂ ਨੇ ਘਰ ਛੱਡ ਚਲੇ ਜਾਣਾ ਇੱਥੇ. ਇੱਦਾਂ ਦਾ ਕੁਛ ਸੀਨ ਸਾਡੇ ਇੱਥੇ ਦਿਸਣ ਨੂੰ ਆ ਰਿਹਾ, ਜਾਂ ਇੱਦਾਂ ਦਾ ਕੋਈ ਨਜ਼ਰੀਆ ਵੀ ਇਨਕਮ ਘਟ ਗਈ ਤਾਂ ਲੋਕ ਪੇਮੈਂਟਾਂ ਨਹੀਂ ਦੇ ਰਹੇ, ਜਾਂ ਉਹਨਾਂ ਦੀ ਹਿੰਮਤ ਉਹ ਹੈ ਨਹੀਂ ਇਸ ਵੇਲੇ ਦੇਣ ਦੀ? ਦੇਖੋ, ਪਰਟੀਕੂਲਰਲੀ ਲੋਅਰ ਮੇਨਲੈਂਡ ਦੀ ਅਗਰ ਮੈਂ ਦੇਖਾਂ, ਇੱਥੇ ਨਾ ਇੱਥੇ ਕਈ ਫੈਕਟਰ ਨੇ. ਸਾਡੇ ਇੱਕ ਬੜਾ ਤਕੜਾ ਫੈਕਟਰ ਹੈਗਾ ਜਿਹੜੀ ਸਾਨੂੰ ਸਹੀ ਪਾਸੇ ਲੈ ਕੇ ਜਾ ਰਿਹਾ ਜੀ, ਈਵਨ ਮਾਰਕੀਟ ਨੂੰ ਵੀ ਅਪ ਕਰ ਰਿਹਾ, ਉਹ ਹੈਗਾ ਰੈਂਟਲ. ਅੱਛਾ ਜੀ, ਰੈਂਟਲ ਬਹੁਤ ਜ਼ਿਆਦਾ ਆ, ਸਾਡੇ ਰੈਂਟਲ ਇਨਕਮ ਬਹੁਤ ਆ ਲੋਕਾਂ ਦੀ, ਉਹਦੇ ਬੇਸ 'ਤੇ ਇਹੋ ਜਿਹੀ ਕੋਈ ਨੌਬਤ ਹੈ ਨਹੀਂ. ਠੀਕ ਹੈ. ਨੰਬਰ 2 'ਤੇ ਵੀ ਸ਼ੁੱਡ ਬੀ ਥੈਂਕਫੁਲ ਟੂ ਆਵਰ ਗਵਰਨਮੈਂਟ, ਲਾਈਕ ਉਹਨਾਂ ਨੇ ਸਾਡੇ ਬਿਜ਼ਨੈਸਿਸ, ਸਾਡੇ ਇੰਡੀਵਿਜੂਅਲਸ ਦੀ ਬਾਂਹ ਫੜੀ. ਹਰ ਇੱਕ ਨੂੰ, ਜਿਹਨੇ ਨੂੰ ਵੀ ਪੈਂਡੈਮਿਕ ਕਰਕੇ ਅਸਰ ਹੋਇਆ, ਉਹਨੂੰ ਮਿਲਿਆ, ਉਹਨੂੰ ਪੈਸਾ ਮਿਲਿਆ, ਠੀਕ ਹੈ ਨਾ ਜੀ. ਉਹਦੇ ਕਰਕੇ ਉਹਦਾ ਡੇ ਟੂ ਡੇ ਨਿਰਵਾਹ ਸੀ ਜਿਹੜਾ ਜ਼ਿੰਦਗੀ ਦਾ, ਉਹ ਈਜ਼ੀ ਹੋਇਆ. ਅਤੇ ਇਹੋ ਜਿਹੀ ਤਾਂ ਹੀ ਕੋਈ ਪ੍ਰੋਬਲਮ, ਕੋਈ ਫੋਰਕਲੋਜ਼ਰ ਦੀ ਜਾਂ ਸਮਥਿੰਗ ਲਾਈਕ ਦੈਟ, ਪਾਰਟੀਕੂਲਰਲੀ ਲੋਅਰ ਲੈਂਡ ਦੀ ਮਾਰਕੀਟ ਦੇ ਵਿੱਚ ਨੋ. ਸਿੱਧੂ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਮਾਂ ਕੱਢਿਆ ਸਾਡੇ ਲਈ, ਗੱਲਬਾਤ ਕੀਤੀ, ਮਿਹਰਬਾਨੀ. ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ. ਦੋਸਤੋ, ਅਸੀਂ ਗੱਲਬਾਤ ਕੀਤੀ ਪਹਿਲਾਂ ਡਾਕਟਰ ਗੁਰਿੰਦਰ ਸਿੰਘ ਧਾਲੀਵਾਲ ਹੋਣਾ ਦੇ ਨਾਲ, ਅਤੇ ਫਿਰ ਅਸੀਂ ਗੱਲਬਾਤ ਕੀਤੀ ਆ ਕੁਲਦੀਪ ਸਿੰਘ ਸਿੱਧੂ ਹੋਣਾ ਦੇ ਨਾਲ. ਮੈਨੂੰ ਲੱਗਦਾ ਬਹੁਤ ਸਾਰੀ ਸਥਿਤੀ ਤੁਹਾਨੂੰ ਸਪਸ਼ਟ ਹੋ ਗਈ ਹੋਣੀ ਹੈ ਕਿ ਇਸ ਵੇਲੇ ਕੀ ਸਾਰੀ ਕੋਈ ਸਥਿਤੀ ਹੈ, ਔਰ ਅਗਲੇ ਸਾਲ ਦੇ ਵਿੱਚ, ਇਸ ਸਾਲ ਦੇ ਵਿੱਚ 2021 ਦੇ ਵਿੱਚ. ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ.